हाँ जी बेटा, ਅੱਜ ਦਾ ਸਾਡਾ ਟੌਪਿਕ ਹੈ SN1 ਐਂਡ SN2 ਰਿਐਕਸ਼ਨ। ਇਹ ਸਾਡੇ ਆਰਗੈਨਿਕ ਕੈਮਿਸਟਰੀ ਦੇ ਚੈਪਟਰ ਹੈਲੋ ਐਲਕੀਨਸ ਐਂਡ ਹੈਲੋ ਐਰੀਨਸ ਦੇ ਵਿੱਚ ਇੱਕ ਟੌਪਿਕ ਹੁੰਦਾ ਹੈ। ਇਹ ਸਬਸਟੀਟਿਊਸ਼ਨ ਰਿਐਕਸ਼ਨਸ ਦੇ ਬਾਰੇ 'ਚ ਹੈ ਟੌਪਿਕ। ਸੋ S ਦਾ ਮਤਲਬ ਹੈ ਸਬਸਟੀਟਿਊਸ਼ਨ, N ਦਾ ਮਤਲਬ ਹੈ ਨਿਊਕਲੀਓਫਿਲਿਕ। ਸੋ ਇਟ ਇਜ਼ ਐਕਚੁਅਲੀ ਨਿਊਕਲੀਓਫਿਲਿਕ ਸਬਸਟੀਟਿਊਸ਼ਨ। ਜੇ 1 ਹੈ ਤਾਂ ਯੂਨੀਮੋਲੀਕੂਲਰ ਹੈ, ਜੇ 2 ਹੈ ਤਾਂ ਬਾਇਓਮੋਲੀਕੂਲਰ। ਸੋ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਕੀ ਹੁੰਦਾ ਹੈ? ਇਹਦੇ ਵਿੱਚ ਜੇ ਸਾਡੇ ਕੋਲ ਜਿੱਦਾਂ ਇੱਥੇ ਮੈਂ ਇੱਕ ਜਨਰਲ ਡਰਾ ਕਰਕੇ ਦਿਖਾ ਰਹੀ ਹਾਂ, ਇੱਕ ਐਲਕਾਈਲ ਹੈਲਾਈਡ ਲੈ ਲਿਆ ਸੀ। ਸੋ ਇਹਦੇ ਉੱਤੇ ਜੇ ਕੋਈ ਹੋਰ ਇਲੈਕਟ੍ਰੋਨ ਰਿਚ ਸਪੀਸ਼ੀਜ਼ ਜਿੱਦਾਂ ਕਿ OH ਮਾਈਨਸ ਹਾਈਡਰੋਕਸਿਲ ਆਇਨ ਜੇ ਅਟੈਕ ਕਰੂਗੀ, ਉਹ ਕਿੱਥੇ ਜਾਊਗੀ? ਕਾਰਬਨ 'ਤੇ ਜਾਊਗੀ, ਕਿਉਂਕਿ ਕਾਰਬਨ ਦੇ ਉੱਤੇ ਕੀ ਹੁੰਦਾ ਹੈ? ਪਲੱਸ ਚਾਰਜ ਹੁੰਦਾ ਹੈ। ਅਤੇ ਹੈਲੋਜਨ ਬੀਇੰਗ ਅ ਗੁੱਡ ਲਿਵਿੰਗ ਗਰੁੱਪ, ਇਹ ਆਪਣਾ ਇਲੈਕਟ੍ਰੋਨ ਪੇਅਰ ਲੈ ਕੇ ਨਿਕਲ ਜਾਂਦਾ ਹੈ। ਸੋ ਇਹੋ ਜਿਹੇ ਰਿਐਕਸ਼ਨ ਨੂੰ ਅਸੀਂ ਬੋਲਦੇ ਹਾਂ ਨਿਊਕਲੀਓਫਿਲਿਕ ਸਬਸਟੀਟਿਊਸ਼ਨ। ਸਬਸਟੀਟਿਊਸ਼ਨ ਕਿਵੇਂ ਹੋਇਆ? ਇੱਕ ਚੀਜ਼ ਨੇ ਦੂਸਰੀ ਚੀਜ਼ ਦੀ ਜਗ੍ਹਾ ਲੈ ਲਈ। ਸੋ OH ਜਿਹੜਾ ਹੈ ਉਹ ਕਾਰਬਨ 'ਤੇ ਅਟੈਚ ਹੋ ਗਿਆ ਅਤੇ Br ਜਿਹੜਾ ਹੈਗਾ ਉਹ ਆਪਣੇ ਇਲੈਕਟ੍ਰੋਨ ਪੇਅਰ ਲੈ ਕੇ ਚਲਾ ਗਿਆ। ਇਸ ਕਰਕੇ ਬੇਟਾ ਇਹਨੂੰ ਅਸੀਂ ਬੋਲਦੇ ਹਾਂ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ। ਸਬਸਟੀਟਿਊਟ ਹੋ ਗਿਆ ਮੀਨਸ ਇੱਕ ਚੀਜ਼ ਦੀ ਜਗ੍ਹਾ ਦੂਸਰੀ ਚੀਜ਼ ਨੇ ਲੈ ਲਈ। ਸੋ ਇਹ ਮੈਂ ਤੁਹਾਨੂੰ ਇੱਕ ਹੁਣ ਪ੍ਰੋਪਰ ਇੱਕ ਐਗਜ਼ਾਮਪਲ ਤੋਂ ਸਮਝਾਉਣੀ ਹੈ। ਸੋ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਦਾ ਇੱਕ ਰਿਐਕਸ਼ਨ ਜਿਹੜਾ ਹੈਗਾ ਉਹ ਹੈ RBr ਮੀਨਸ ਐਲਕਾਈਲ ਬ੍ਰੋਮਾਈਡ ਦਾ ਰਿਐਕਸ਼ਨ ਤੁਹਾਨੂੰ ਮੈਂ ਦਿਖਾ ਰਹੀ ਹਾਂ। ਕਿਹਦੇ ਨਾਲ? OH ਮਾਈਨਸ ਦੇ ਨਾਲ, ਹਾਈਡਰੋਕਸਿਲ ਗਰੁੱਪ। ਸੋ ਕੀ ਬਣ ਜੂਗਾ? ROH ਯਾਨੀ ਕਿ ਅਲਕੋਹਲ ਬਣ ਜੂਗਾ ਅਤੇ Br ਜਿਹੜਾ ਹੈ ਉਹ ਇਲੈਕਟ੍ਰੋਨ ਪੇਅਰ ਲੈ ਕੇ ਨਿਕਲ ਜੂਗਾ। ਸੋ ਇਹ ਕੀ ਹੈ? ਹਾਈਡਰੋਲਿਸਿਸ ਆਫ ਐਲਕਾਈਲ ਬ੍ਰੋਮਾਈਡ। ਅਸੀਂ ਇਹਦੇ ਵਿੱਚ ਐਕੁਅਸ NaOH ਜਾਂ ਫਿਰ ਪੋਟੈਸ਼ੀਅਮ ਹਾਈਡਰੋਕਸਾਈਡ ਯੂਜ਼ ਕਰ ਸਕਦੇ ਹਾਂ। ਸੋ ਇਹੋ ਜਿਹੇ ਰਿਐਕਸ਼ਨ ਜਿਹੜੇ ਨੇ ਆਰਗੈਨਿਕ ਕੈਮਿਸਟਰੀ ਦੇ ਵਿੱਚ ਬਹੁਤ ਜ਼ਿਆਦਾ ਕਾਮਨ ਨੇ। ਸੋ ਇਸ ਕਰਕੇ ਇਹਨਾਂ ਦੇ ਬਾਰੇ 'ਚ ਜਾਣਨਾ ਬਹੁਤ ਜ਼ਰੂਰੀ ਹੈ। ਸੋ ਪਹਿਲਾਂ ਅਸੀਂ ਟਾਈਪਸ ਆਫ ਨਿਊਕਲੀਓਫਿਲਿਕ ਰਿਐਕਸ਼ਨਸ ਦੇਖ ਲੈਂਦੇ ਹਾਂ। ਦੋ ਤਰ੍ਹਾਂ ਦੇ ਰਿਐਕਸ਼ਨਸ ਹੁੰਦੇ ਨੇ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ। ਇੱਕ ਹੁੰਦਾ ਬੇਟਾ SN1, ਜਿਹਨੂੰ ਕਿ ਅਸੀਂ ਬੋਲਦੇ ਹਾਂ ਸਬਸਟੀਟਿਊਸ਼ਨ ਨਿਊਕਲੀਓਫਿਲਿਕ। 1 ਦਾ ਮਤਲਬ ਹੁੰਦਾ ਯੂਨੀਮੋਲੀਕੂਲਰ। ਦੂਜਾ ਹੁੰਦਾ SN2, ਜਿਹਦਾ ਮਤਲਬ ਹੈ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਬਾਈਮੋਲੀਕੂਲਰ। ਸੋ 2 ਦਾ ਮਤਲਬ ਹੈ ਬਾਈਮੋਲੀਕੂਲਰ, ਯਾਨੀ ਕਿ 2 ਮੋਲੀਕਿਊਲ ਇਨਵੋਲਵ ਹੁੰਦੇ ਨੇ ਰੇਟ ਡਿਟਰਮਿਨਿੰਗ ਸਟੈਪ ਦੇ ਵਿੱਚ। ਸੋ SN1 ਪਹਿਲਾਂ ਪੜ੍ਹ ਲੈਂਦੇ ਹਾਂ। SN1 reaction is a nucleophilic substitution reaction where only one reactant is involved in the rate determining step. ਸੋ ਅਸੀਂ ਰੇਟ ਡਿਟਰਮਿਨਿੰਗ ਸਟੈਪ ਜਿਹੜੀ ਹੁੰਦੀ ਹੈ, ਸਲੋਐਸਟ ਸਟੈਪ ਨੂੰ ਰੇਟ ਡਿਟਰਮਿਨਿੰਗ ਸਟੈਪ ਬੋਲਦੇ ਹਾਂ। ਸੋ ਜੇ ਉੱਥੇ ਇੱਕ ਸਪੀਸ਼ੀਜ਼ ਹੀ ਇਨਵੋਲਵ ਹੈ ਤਾਂ ਉਹ ਕੀ ਹੋ ਗਿਆ? ਯੂਨੀਮੋਲੀਕੂਲਰ। ਸੋ ਉੱਦਾਂ ਦੀ ਚੀਜ਼ ਦਾ ਜੇ ਅਸੀਂ ਉਹੋ ਜਿਹੇ ਰਿਐਕਸ਼ਨ ਦਾ ਜੇ ਅਸੀਂ ਰੇਟ ਲਿਖਾਂਗੇ ਅਤੇ ਉਹਦਾ ਆਰਡਰ ਦੇਖਾਂਗੇ ਤਾਂ ਇਟ ਵਿਲ ਕਮ ਆਊਟ ਟੂ ਬੀ 1। ਸੋ SN1 ਜਿਹੜੇ ਰਿਐਕਸ਼ਨ ਨੇ ਉਹਨਾਂ ਦਾ ਆਰਡਰ ਕੀ ਹੁੰਦਾ? 1। ਹੁਣ SN2 'ਤੇ ਆ ਜਾਓ। SN2 ਰਿਐਕਸ਼ਨ ਕੀ ਹੈ? ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਵੇਅਰ 2 ਰਿਐਕਟਿੰਗ ਸਪੀਸ਼ੀਜ਼ ਆਰ ਇਨਵੋਲਵਡ ਇਨ ਦਾ ਰੇਟ ਡਿਟਰਮਿਨਿੰਗ ਸਟੈਪ। ਸੋ 2 ਸਪੀਸ਼ੀਜ਼ ਸਾਈਮਲਟੇਨੀਅਸਲੀ ਇਨਵੋਲਵ ਨੇ। ਸੋ ਰੇਟ ਡਿਟਰਮਿਨਿੰਗ ਸਟੈਪ ਦੇ ਵਿੱਚ 2 ਸਪੀਸ਼ੀਜ਼ ਨੇ। ਸੋ ਜਿਹੜਾ ਹੈ ਉਹਨਾਂ ਦਾ ਰੇਟ ਉਹ ਕੰਸਨਟ੍ਰੇਸ਼ਨ ਆਫ ਬੋਥ ਦਾ ਸਪੀਸ਼ੀਜ਼ 'ਤੇ ਡਿਪੈਂਡ ਕਰਦਾ ਹੈ। ਔਰ ਇੱਦਾਂ ਦੇ ਰਿਐਕਸ਼ਨ ਦਾ ਜਿਹੜਾ ਆਰਡਰ ਹੈ ਉਹ ਕੀ ਹੁੰਦਾ ਹੈ? 2 ਹੁੰਦਾ ਹੈ ਜੀ। ਸੋ ਪਹਿਲਾਂ ਹੁਣ ਅਸੀਂ ਡਿਟੇਲ ਦੇ ਵਿੱਚ SN1 ਪੜ੍ਹਾਂਗੇ। ਇਹ ਤੁਹਾਨੂੰ ਮੈਂ ਮੈਕੈਨਿਜ਼ਮ ਦੀ ਸਲਾਈਡ ਦਿਖਾ ਰਹੀ ਹਾਂ। SN1 ਰਿਐਕਸ਼ਨ ਪੜ੍ਹਨ ਲੱਗਿਆ ਸੀ। ਇਟ ਇਜ਼ ਅ 2 ਸਟੈਪ ਰਿਐਕਸ਼ਨ। ਪਹਿਲੀ ਗੱਲ ਇਹ ਚੀਜ਼ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ। SN1 ਜਿਹੜਾ ਰਿਐਕਸ਼ਨ ਹੈ ਉਹ 2 ਸਟੈਪਸ ਦੇ ਵਿੱਚ ਹੁੰਦਾ ਹੈ। ਜਿਹੜੀ ਪਹਿਲੀ ਸਟੈਪ ਹੈ ਆਹ ਵਾਲੀ, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਇਹ ਟਰਸ਼ਰੀ ਬੁਟਾਈਲ ਬ੍ਰੋਮਾਈਡ ਹੈ। ਇਹਦੇ ਵਿੱਚ ਦੇਖੋ ਤੁਸੀਂ ਟਰਸ਼ਰੀ ਕਾਰਬਨ ਹੈ, ਇਹ ਟਰਸ਼ਰੀ ਅਲਕਾਈਲ ਹੈਲਾਈਡ। ਕਿਉਂ ਟਰਸ਼ਰੀ ਹੈ? ਕਿਉਂਕਿ ਜਿਸ ਕਾਰਬਨ 'ਤੇ ਹੈਲੋਜਨ ਲੱਗਿਆ ਯਾਨੀ ਕਿ ਅਲਫਾ ਕਾਰਬਨ, ਉਹਦੇ ਨਾਲ ਤੁਸੀਂ 3 ਅਲਕਾਈਲ ਗਰੁੱਪਸ ਦੇਖ ਸਕਦੇ ਹੋ। ਸੋ ਇਹ ਟਰਸ਼ਰੀ ਕਾਰਬਨ ਹੈ। ਸੋ ਟਰਸ਼ਰੀ ਬੁਟਾਈਲ ਬ੍ਰੋਮਾਈਡ ਦਾ ਜਿਹੜਾ ਰਿਐਕਸ਼ਨ ਹੋਊਗਾ ਉਹ SN1 ਮੈਕੈਨਿਜ਼ਮ ਨੂੰ ਫੋਲੋ ਕਰਦਾ ਹੈ, ਕਿਉਂਕਿ ਟਰਸ਼ਰੀ ਕਾਰਬੋਕੇਟਾਈਨ ਜਿਹੜੇ ਨੇ ਦੇ ਆਰ ਮੋਰ ਸਟੇਬਲ। ਸੋ ਤੁਸੀਂ ਦੇਖੋਗੇ ਇਹਦੇ ਵਿੱਚ ਜਿਹੜੀ ਪਹਿਲੀ ਸਟੈਪ ਹੈ ਇਹਦੇ ਵਿੱਚ ਕੀ ਹੋਊਗਾ? Br ਮਾਈਨਸ ਬੀਇੰਗ ਅ ਗੁੱਡ ਲਿਵਿੰਗ ਗਰੁੱਪ ਇਹ ਚਲਾ ਜਾਂਦਾ ਹੈ ਅਤੇ ਕਾਰਬੋਕੇਟਾਈਨ ਦੀ ਫਾਰਮੇਸ਼ਨ ਹੁੰਦੀ ਹੈ। ਸੋ ਕਾਰਬੋਕੇਟਾਈਨ ਮੀਨਸ ਕਾਰਬਨ ਦੇ ਉੱਤੇ ਪਲੱਸ ਚਾਰਜ। ਸੋ ਫਸਟ ਸਟੈਪ ਇਜ਼ ਦਾ ਫਾਰਮੇਸ਼ਨ ਆਫ ਕਾਰਬੋਕੇਟਾਈਨ ਐਂਡ ਹੈਲੋਜਨ ਜਿਹੜਾ ਹੈਗਾ ਉਹ ਨਿਕਲ ਜਾਂਦਾ ਆਪਣਾ ਇਲੈਕਟ੍ਰੋਨ ਪੇਅਰ ਲੈ ਕੇ। ਸੈਕਿੰਡ ਸਟੈਪ ਦੇ ਵਿੱਚ ਕੀ ਹੈ? ਸੋ ਦਿਸ ਇਜ਼ ਸੈਕਿੰਡ ਸਟੈਪ। ਹੁਣ ਸੈਕਿੰਡ ਸਟੈਪ ਦੇ ਵਿੱਚ ਕੀ ਹੈ? ਸਾਡਾ ਜਿਹੜਾ ਕਾਰਬੋਕੇਟਾਇਨ ਹੈ ਉਹਦੇ ਉੱਤੇ ਕੋਈ ਵੀ ਨਿਊਕਲੀਓਫਾਈਲ ਅਟੈਕ ਕਰ ਸਕਦਾ। ਸਾਡਾ ਇੱਥੇ ਨਿਊਕਲੀਓਫਾਈਲ ਹੈਗਾ ਹਾਈਡਰੋਕਸਿਲ ਆਇਨ OH ਮਾਈਨਸ।
सो इट विल अटैक कार्बोकेटाइन, कार्बन ते ही जाऊगा क्योंकि इलैक्ट्रॉन रिच स्पीशीज़ है, तो ही इलैक्ट्रॉन डेफिशिएंट साइड ते जाऊगी। सो कार्बन के उत्ते प्लस चार्ज होने करके वो इलैक्ट्रॉन डेफिशिएंट हो गया। सो ये उत्थे अटैक करूगा और की बन जूगा, अल्कोहल बन गया। ठीक है जी। सो यह टर्शरी अल्कोहल बनया। सो यह जोड़ा रिएक्शन है इनू असीं बोलते हैं SN1, क्योंकि इत्थे सबसटीट्यूशन रिएक्शन होया, लेकिन इनू 1 क्यों बोलते हैं, क्योंकि जी रेट डिटरमिनिंग स्टैप है वो किहड़ी है, फस्ट स्टैप। हाँ, फॉर्मेशन ऑफ कार्बोकेटाइन वाली जी स्टैप है यही रेट डिटरमिनिंग स्टैप है, बिकॉज इट इज़ स्लो स्टैप। सो ये पहली वाली स्टैप स्लो होने करके रेट सिर्फ इस ते ही डिपेंड करता है। सो इत्थे जिहड़ा रिएक्टेंट है वो की हो गया, साडा टर्शरी अल्काइल हैलाइड। सो रेट डिपेंड्स अपॉन द कंसनट्रेशन ऑफ अल्काइल हैलाइड ओनली, इस करके ये फर्स्ट ऑर्डर दा रिएक्शन है। सो सैकेंड वाली जी स्टैप है वो तो फास्ट है। सो रेट एज दी कंसनट्रेशन ते डिपेंड नहीं करता, क्योंकि अज 2 स्पीशीज़ आ गई। रेट सिर्फ सिंगल स्पीशीज़ से डिपेंड करता है, सिंगल स्पीशीज़ की कंसनट्रेशन से डिपेंड करता है, जो कि आ वाली है फस्ट है। ठीक है जी। सो नैक्सट स्लाइड पर देख लें। हुण ये डिटेल दे विच दस्सिया होया, इट इज़ अ 2 स्टैप रिएक्शन प्रोसैस। 2 स्टैप्स ने। पहला की है, कार्बन हैलोजन बॉन्ड ब्रेक होंदा है, रिजल्टिंग इन द फॉर्मेशन ऑफ कार्बोकेटाइन, एंड इट इज़ अ स्लो स्टैप, राइट। सो पहली स्टैप की है, फॉर्मेशन ऑफ कार्बोकेटाइन विच इज़ अ स्लो स्टैप। बाद की होंदा न्यूक्लियोफाइल जिहड़ा है, इट अटैक्स द कार्बोकेटाइन फॉर्मिंग अ न्यू बॉन्ड। सो ये सैकेंड स्टैप है विच इज़ फास्ट। सो ये रिएक्शन की है जी, यूनीमोलिकुलर है, इको स्पीशीज़ रेट डिटरमिनिंग स्टैप के विच इनवॉल्व होंदी है। सो और इहदा ऑर्डर की है, फस्ट ऑर्डर है। सो इट फॉलोज फस्ट ऑर्डर काइनैटिक्स। रेट ऑफ रिएक्शन डिपेंड्स ऑन ओनली ऑन द कंसनट्रेशन ऑफ सबस्ट्रेट। सबस्ट्रेट की है साडा इत्थे अल्काइल हैलाइड, और जे असीं प्रोटिक सॉल्वेंट्स यूज़ करते हैं तो रिएक्शन ज़्यादा तेज़ हो जाता है। और मोस्टली जिहड़ा हैगा SN1 रिएक्शन किहदे लई है जी, वो टर्शरी लई है, या फिर कदे कदे सैकेंडरी अल्काइल हैलाइड्स के वास्ते भी हो जाता है। सो इन्हां दे विच ये ज़्यादा अच्छी यील्ड दिंदा है, टर्शरी दे विच ज़्यादा अच्छी यील्ड दिंदे ने। सो SN1 रिएक्शन जिहड़ा हैगा वो किहड़े अल्काइल हैलाइड्स दे लई ज़्यादा बैटर हुंदा है, टर्शरी दे लई। सो टर्शरी आर मोर रिएक्टिव दैन सैकेंडरी विच आर मोर रिएक्टिव दैन प्राइमरी, काहदे विच, SN1 रिएक्शन मैकेनिज्म दे विच। हाँ जी। सो ये नैक्सट स्लाइड दे विच तुसीं देखोगे स्टीरियोकैमिस्ट्री ऑफ SN1 रिएक्शन। स्टीरियोकैमिस्ट्री मीनस स्पेस दे विच ये जिहड़े मॉलीक्यूल्स ने उन्हां दा अरेंजमेंट। सो SN1 दे विच की हुंदा है, पहला स्टैप देख रहे हो तुसीं, फॉर्मेशन ऑफ कार्बोकेटाइन, जिहड़ा हैलोजन है वो चला गया, तो आ देखो कार्बोकेटाइन जिहड़ा है बन गया। हुण कार्बोकेटाइन जिहड़ा हुंदा है वो की हुंदा फ्लैट, जिसका इस तरह ट्राइगोनल प्लेनर 120 का एंगल होंगे, सारे एंगल्स 120 डिग्री के होंगे। सो ये प्लेनर मॉलीक्यूल होंगे, और जो मॉलीक्यूल प्लेनर है तो ये उत्ते हुण जो न्यूक्लियोफाइल अटैक करूगा वो बोथ साइड्स तो कर सकता है, या तो उपर वाली साइड तो या फिर नीचे वाली साइड तो। सो बोथ साइड्स तो अटैक किया जा सकता है। इस करके जे मान लो इस साइड तो अटैक होया तो की होगी, ऑपोजिट साइड है, इत्थे हैलोजन लग्या सीगा, हुण न्यूक्लियोफाइल इस साइड लग गया, ऑपोजिट साइड लग गया, तो इसनूं असीं की बोलते हैं इनवर्जन। कॉन्फिगरेशन उल्टी होगी, जिदा छतरी जे हवा तेज चलती छतरी उल्टी नहीं हो जाती, अंबरेला साडा उल्टा हो जाता। मान लो इस डायरैक्शन सीगा, बाद की हो गया इस तरह हो गया, आ हैंडल मान लो तुसीं अंबरेला का। सो जिहड़ा साडा, जस्ट अ मिनट, हाँ जी। सो SN1 दे विच जिहड़ा साडे कोल कार्बोकेटाइन बनता है, प्लेनर होने करके उहदे उत्ते अटैक बोथ साइड्स तो पॉसीबल है। सो जे उहदी जिथे ऑलरेडी न्यूक्लियोफाइल साडा सॉरी हैलोजन लग्या होया सीगा, एक मिनट मैं पिक्चर नूं क्लीयर करदी हां पहलां। यस। सो इस पासे तुसीं देख रहे हो हैलोजन लग्या, हुण न्यूक्लियोफाइल दूजी साइड तो आ गया, उहदी ऑपोजिट साइड तो आ गया। सो इहनूं असीं बोलांगे इनवर्जन, जिहड़ा अंबरेला है वो उल्टा हो गया, राइट। जे सेम साइड तो आ गया, जिस पासे हैलोजन सीगा, देखो लैफ्ट हैंड साइड ते सीगा ते लैफ्ट हैंड साइड ते न्यूक्लियोफाइल लग गया, तो इहनूं असीं बोलते रिटेंशन, रिटेन होगी, कॉन्फिगरेशन रिटेन होगी। मीनस जैसे पहले थे वैसे ही। अंबरेला का मैं तुहानूं एग्जाम्पल दस रही सीगी, जे मैं आपां अंबरेला नूं जिस तरह ड्रॉ करती हैं, मैं इस तरह ਉਹਦਾ हैंडल हो गया, मान लो इत्थे, सॉरी इत्थे ना ड्रॉइंग नहीं हो पा रही है, हाँ जी। सो मैं उपर वाली ते ड्रॉ करके दिखानी है इत्थे स्क्रीन ते, इत्थे जे इस तरह सीगा अंबरेला है ना, आ हैंडल है। हुण जे हवा चलूगी तो अंबरेला समटाइम्स उल्टा हो जाता है, इस तरह हो जाता है।
ਸੋ ਇਹਨੂੰ ਬੋਲਦੇ ਇਨਵਰਜਨ ਹੋ ਗਈ, ਰਾਈਟ। ਸੋ ਇਨਵਰਜਨ ਕਿਹਦੇ ਵਿੱਚ ਹੁੰਦੀ ਹੈ? SN1 ਦੇ ਵਿੱਚ ਇਨਵਰਜਨ ਹੋ ਸਕਦੀ ਹੈ ਅਤੇ ਨਹੀਂ ਵੀ ਹੋ ਸਕਦੀ। ਸੋ 50-50 ਚਾਂਸਿਸ ਹੁੰਦੇ ਨੇ, ਕਿਉਂਕਿ ਜਿਹੜਾ ਸਾਡਾ ਕਾਰਬੋਕੈਟਾਇਨ ਬਣਦਾ ਹੈ ਉਹ ਕੀ ਹੁੰਦਾ ਹੈ? ਪਲੇਨਰ ਹੁੰਦਾ ਹੈ। ਸੋ ਪਲੇਨਰ ਹੁੰਦਾ ਤਾਂ ਉਹਦੇ ਉੱਤੇ ਅਟੈਕ ਉੱਪਰੋਂ ਵੀ ਹੋ ਸਕਦਾ ਹੈ ਅਤੇ ਨੀਚੋਂ ਵੀ ਹੋ ਸਕਦਾ ਹੈ। ਸੋ ਜਾਂ ਤਾਂ ਇਨਵਰਜਨ ਹੋ ਜੂਗੀ 50% ਜਾਂ ਫਿਰ 50% ਰਿਟੈਂਸ਼ਨ, ਮਤਲਬ ਦੋਨੋਂ ਚੀਜ਼ਾਂ ਹੋ ਜਾਂਦੀਆਂ ਨੇ 50-50%। ਸੋ ਅਸੀਂ ਕੀ ਬੋਲਦੇ ਹਾਂ? ਰੈਸਿਮਿਕ ਮਿਕਸਚਰ ਮਿਲਦਾ ਸਾਨੂੰ। ਕੀ ਮਿਲਦਾ ਹੈ? ਰੈਸਿਮਿਕ ਮਿਕਸਚਰ 1:1, ਯਾਨੀ ਕਿ 50% ਜਿਹੜੇ ਨੇ ਸਾਡੇ ਡੈਕਸਟਰੋ ਰੋਟੇਟਰੀ ਆਈਸੋਮਰਸ ਮਿਲਣਗੇ ਅਤੇ 50% ਕੀ ਬਣਨਗੇ? ਲੀਵੋ ਰੋਟੇਟਰੀ। ਸੋ ਦੋਨੋਂ ਤਰ੍ਹਾਂ ਦੇ ਜਿਹੜੇ ਨੇ ਸਾਡੇ ਕੋਲ ਐਨੈਂਸ਼ੀਓਮਰਸ ਬਣਨ ਦੇ ਚਾਂਸਿਸ ਇਹਦੇ ਵਿੱਚ ਹੁੰਦੇ ਨੇ। ਸੋ ਇਹਨੂੰ ਅਸੀਂ ਬੋਲਦੇ ਹਾਂ ਰੈਸਿਮਿਕ ਮਿਕਸਚਰ ਬਣ ਗਿਆ, ਰਾਈਟ। ਸੋ ਨੈਕਸਟ ਸਲਾਈਡ ਦੇਖ ਲੈਂਦੇ ਹਾਂ। ਹਾਂਜੀ, ਸੋ ਨੈਕਸਟ ਜਿਹੜਾ ਹੈਗਾ ਇਟ ਇਜ਼ ਸਬਸਟੀਟਿਊਸ਼ਨ ਨਿਊਕਲੀਓਫਿਲਿਕ ਬਟ ਬਾਈ ਮੋਲੀਕੂਲਰ, ਯਾਨੀ ਕਿ SN2 ਰਿਐਕਸ਼ਨ। ਹੁਣ SN2 ਦਾ ਮੈਕੈਨਿਜ਼ਮ ਧਿਆਨ ਨਾਲ ਦੇਖਣਾ। ਇੱਕ ਆਪਾਂ ਮਾਰਕਰ ਲੈ ਲੈਂਦੇ ਹਾਂ ਪਹਿਲਾਂ, ਰਾਈਟ। ਸੋ SN2 ਮੀਨਸ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਬਾਈ ਮੋਲੀਕੂਲਰ, ਯਾਨੀ ਕਿ ਇਹਦੇ ਵਿੱਚ ਦੋ ਮੋਲੀਕਿਊਲ ਸਾਈਮਲਟੇਨੀਅਸਲੀ ਇਨਵੋਲਵ ਹੋ ਰਹੇ ਨੇ ਰੇਟ ਡਿਟਰਮਿਨਿੰਗ ਸਟੈਪ ਦੇ ਵਿੱਚ। ਸੋ ਬੇਸਿਕਲੀ ਇਹ 1 ਸਟੈਪ ਮੈਕੈਨਿਜ਼ਮ ਹੁੰਦਾ ਇਹਦੇ ਵਿੱਚ, ਕੰਸਰਟਡ ਬੋਲਦੇ ਅਸੀਂ, ਇਕੱਠੇ ਹੀ ਇੱਕੋ ਟਾਈਮ ਦੋਨੋਂ ਚੀਜ਼ਾਂ ਹੋ ਰਹੀਆਂ ਨੇ ਕੌਨਸਰਟ ਦੇ, ਜਿੱਦਾਂ ਕੌਨਸਰਟ ਦੇ ਵਿੱਚ ਸਾਰਾ ਕੁਝ ਇਕੱਠਾ ਪਲੇ ਹੋ ਰਿਹਾ ਹੁੰਦਾ, ਸਿੰਗਰ ਵੀ ਗਾ ਵੀ ਰਿਹਾ, ਮਿਊਜ਼ੀਸ਼ੀਅਨਸ ਵੀ ਵਜਾ ਰਹੇ ਨੇ, ਕੌਨਸਰਟ ਹੈ। ਸੋ ਉਸੇ ਤਰ੍ਹਾਂ ਇਹ ਵੀ ਕੌਨਸਰਟਡ ਹੁੰਦਾ। ਸੋ ਇੱਥੇ ਅਟੈਕ ਆਫ ਨਿਊਕਲੀਓਫਾਈਲ ਐਂਡ ਰਿਮੂਵਲ ਆਫ ਲਿਵਿੰਗ ਗਰੁੱਪ ਦੋਨੋਂ ਸਾਈਮਲਟੇਨੀਅਸਲੀ ਹੋ ਰਹੇ ਨੇ। ਤੁਹਾਨੂੰ ਮੈਂ ਹੁਣ ਇਹਦੇ ਵਿੱਚ ਜਿਹੜੀ ਇਮੇਜ ਹੈ ਇਹਦੇ ਵਿੱਚ ਸਮਝਾਉਣੀ ਹੈ। ਆਹ ਦੇਖੋ OH ਮਾਈਨਸ ਨਿਊਕਲੀਓਫਾਈਲ ਹੈ। ਨਿਊਕਲੀਓਫਾਈਲ ਕੀ ਹੁੰਦਾ? ਇਲੈਕਟ੍ਰੋਨ ਰਿਚ ਨਿਊਕਲੀਅਸ ਲਵਿੰਗ। ਸੋ ਇੱਥੇ ਨਿਊਕਲੀਅਸ ਮੀਨਸ ਕਾਰਬਨ। ਸੋ ਕਾਰਬਨ ਦੇ ਉੱਤੇ ਕੀ ਹੈ? ਪਲੱਸ ਚਾਰਜ ਹੈ। OH ਦੇ ਉੱਤੇ ਮਾਈਨਸ ਚਾਰਜ ਹੈ। ਸੋ ਇਹ ਕਾਰਬਨ 'ਤੇ ਅਟੈਕ ਕਰੇਗਾ। ਇਸ ਤਰ੍ਹਾਂ ਕਾਰਬਨ 'ਤੇ ਜੇ ਅਟੈਕ ਕਰੇਗਾ ਤਾਂ ਤੁਸੀਂ ਆਹ ਦੇਖ ਰਹੇ ਹੋ, ਆਹ ਵਾਲੀ ਚੀਜ਼ ਇਹ ਬਣ ਗਈ ਟ੍ਰਾਂਜੀਸ਼ਨ ਸਟੇਟ। ਇਹਦੇ ਵਿੱਚ ਹੁਣ OH ਦਾ ਬੌਂਡ ਬਣ ਰਿਹਾ ਅਤੇ ਕਿਉਂਕਿ ਹੁਣ ਦੇਖੋ ਪਹਿਲਾਂ 4 ਬੌਂਡ ਕਾਰਬਨ ਦੇ ਬਣੇ ਹੋਏ ਸੀਗੇ, ਹੁਣ ਇੱਕ OH ਵੀ ਆ ਗਿਆ ਤਾਂ 5 ਬੌਂਡ ਬਣ ਜਾਣਗੇ। ਸੋ ਇਸ ਟਾਈਮ ਕੀ ਹੁੰਦਾ? ਜੇ 5ਵਾਂ ਬੌਂਡ ਬਣ ਰਿਹਾ, OH ਅਟੈਚ ਹੋ ਰਿਹਾ ਹੈ ਅਤੇ ਨਾਲ ਦੇ ਨਾਲ Br ਬਾਹਰ ਨਿਕਲ ਰਿਹਾ ਹੈ, ਰਾਈਟ। ਮੈਂ ਇਹਨੂੰ ਹੁਣ ਦੁਬਾਰਾ ਡਾਇਗਰਾਮ ਦੇ ਨਾਲ ਸਮਝਾਉਣੀ ਹੈ ਤੁਹਾਨੂੰ। ਜਦੋਂ OH ਅਟੈਕ ਕਰੂਗਾ ਤਾਂ ਕਾਰਬਨ ਦਾ OH ਦੇ ਨਾਲ ਬੌਂਡ ਬਣ ਰਿਹਾ ਹੈ ਅਤੇ ਨਾਲ ਨਾਲ Br ਦਾ ਬੌਂਡ ਟੁੱਟ ਵੀ ਰਿਹਾ, ਸਾਈਮਲਟੇਨੀਅਸਲੀ ਹੋ ਰਿਹਾ। ਸੋ ਇਹਨੂੰ ਅਸੀਂ ਬੋਲਦੇ ਹਾਂ ਟ੍ਰਾਂਜੀਸ਼ਨ ਸਟੇਟ। ਹਾਲੇ ਟ੍ਰਾਂਜੀਸ਼ਨ ਹੋ ਰਹੀ ਹੈ, ਬਦਲਾਵ ਹੋ ਰਿਹਾ, ਚੇਂਜ ਹੋ ਰਿਹਾ। ਸੋ ਫਾਈਨਲੀ ਕੀ ਹੋ ਜਾਊਗਾ? OH ਦਾ ਬੌਂਡ ਪੱਕਾ ਹੋ ਜਾਊਗਾ ਅਤੇ Br ਜਿਹੜਾ ਹੈ ਉਹ ਇਲੈਕਟ੍ਰੋਨ ਪੇਅਰ ਲੈ ਕੇ ਚਲਾ ਜਾਊਗਾ, ਬਿਕੋਜ਼ ਹੈਲੋਜਨਸ ਆਰ ਕੰਸੀਡਰਡ ਟੂ ਬੀ ਗੁੱਡ ਲਿਵਿੰਗ ਗਰੁੱਪਸ। ਸੋ ਦੇ ਲੀਵ ਦਾ ਸਿਸਟਮ, ਦੇ ਗੋ ਵਿਦ ਦੇਅਰ ਇਲੈਕਟ੍ਰੋਨ ਪੇਅਰ। ਸੋ ਇਹਦੇ ਵਿੱਚ ਇੱਕੋ ਸਟੈਪ ਦੇ ਵਿੱਚ ਦੋਨੋਂ ਚੀਜ਼ਾਂ ਹੋ ਗਈਆਂ। OH ਦਾ ਰਿਐਕਸ਼ਨ ਅਟੈਚਮੈਂਟ ਵੀ ਹੋ ਗਈ ਔਰ Br ਚਲਾ ਵੀ ਗਿਆ। ਸੋ ਇਹਨੂੰ ਕੀ ਬੋਲਦੇ ਹਾਂ ਅਸੀਂ? ਕੰਸਰਟਡ ਸਟੈਪ ਹੈ। ਤਾਂ ਇਹ ਇੱਕ ਸਟੈਪ ਦੇ ਵਿੱਚ ਹੀ ਹੋ ਜਾਂਦਾ ਹੈ। ਸੋ ਇਹੋ ਜਿਹੇ ਜਿਹੜੇ ਰਿਐਕਸ਼ਨਸ ਨੇ ਉਹਨੂੰ ਅਸੀਂ ਬੋਲਦੇ ਹਾਂ SN2। ਔਰ SN2 ਦੇ ਵਿੱਚ ਬੇਟਾ ਇੱਕ ਖਾਸ ਗੱਲ ਹੈ, SN2 ਰਿਐਕਸ਼ਨਸ ਪ੍ਰੋਸੀਡ ਵਿਦ ਇਨਵਰਜਨ ਆਫ ਕਨਫੀਗਰੇਸ਼ਨ। ਇਨਵਰਜਨ ਦਾ ਮਤਲਬ ਕੀ ਹੈ? ਤੁਸੀਂ ਇਸ ਡਾਇਗਰਾਮ 'ਚ ਦੁਬਾਰਾ ਦੇਖੋ। ਸੋ ਇੱਥੇ ਕੀ ਸੀਗਾ? OH ਜਿਹੜਾ ਹੈ ਇਸ ਸਾਈਡ 'ਤੇ ਲੱਗਿਆ ਹੋਇਆ ਸੀਗਾ, ਹੈ ਨਾ, ਅੰਬਰੇਲਾ ਦੇ ਇਸ ਸਾਈਡ 'ਤੇ। ਬਾਅਦ ਦੇ ਵਿੱਚ ਦੇਖੋ ਤੁਸੀਂ ਕੀ ਹੋ ਗਿਆ? ਅਸੀਂ ਇੱਥੇ OH ਦਾ ਅਟੈਕ ਹੋ ਰਿਹਾ, ਦੇਖੋ Br ਜਿਹੜਾ ਸਾਡਾ ਇੱਥੇ ਲੱਗਿਆ ਹੋਇਆ, ਰਾਈਟ। OH ਜਿਹੜਾ ਹੈ ਉਹ ਬੈਕ ਸਾਈਡ ਤੋਂ ਅਟੈਕ ਹੋ ਗਿਆ, Br ਦੂਜੇ ਪਾਸੇ ਸੀਗਾ। ਸੋ ਕੀ ਹੋ ਗਿਆ? ਉਲਟਾ ਹੋ ਗਿਆ। ਇਹਨੂੰ ਅਸੀਂ ਬੋਲਦੇ ਇਨਵਰਜਨ। ਸੋ ਮੈਂ ਤੁਹਾਨੂੰ ਇਮੇਜ ਥੋੜ੍ਹੀ ਜਿਹੀ ਕਲੀਅਰ ਕਰਕੇ ਦਿਖਾਉਣੀ ਹੈ। ਇਸ ਇੱਥੇ ਕੀ ਹੋ ਗਿਆ? ਛਤਰੀ ਜਿੱਦਾਂ ਹੈ ਉਲਟੀ ਹੋ ਗਈ। ਪਹਿਲਾਂ ਡਾਇਰੈਕਸ਼ਨ ਕਿਸ ਤਰ੍ਹਾਂ ਸੀਗੀ? ਇੱਦਾਂ ਸੀਗੀ। ਇੱਕ ਸੈਕਿੰਡ, ਹੁਣ ਇਸ ਤਰ੍ਹਾਂ ਸੀਗਾ। ਇਸ ਪਾਸੇ ਜਿਹੜਾ ਹੈਗਾ ਸਾਡਾ ਲੇਕਿਨ ਨਿਊਕਲੀਓਫਾਈਲ ਆ ਗਿਆ OH। ਸੋ ਫਿਰ ਹੁਣ ਕੀ ਹੋ ਗਿਆ? ਪਹਿਲਾਂ ਇਸ ਤਰ੍ਹਾਂ ਸੀਗਾ ਅਤੇ ਹੁਣ ਇਸ ਤਰ੍ਹਾਂ ਬਣ ਗਿਆ। ਦੇਖੋ ਇੱਧਰ ਲੱਗ ਗਿਆ OH ਇਸ ਸਾਈਡ ਆ ਗਿਆ, ਰਾਈਟ। ਅਤੇ ਪਹਿਲਾਂ ਕਿਸ 'ਤੇ ਸੀਗਾ? ਇਹਨੂੰ ਕਲੀਅਰ ਕਰ ਦਿੰਦੇ। ਦੇਖੋ ਇੱਥੇ ਸੀਗਾ ਹੈਲੋਜਨ ਸਾਡਾ, ਇਹ ਆਹ ਵਾਲੀ ਸਾਈਡ ਸੀਗਾ ਹੈਲੋਜਨ, ਯਾਨੀ ਕਿ ਸਬਸਟੀਟਿਊਐਂਟ ਸਾਡਾ ਰਾਈਟ ਹੈਂਡ ਸਾਈਡ ਸੀਗਾ। ਹੁਣ ਫਾਈਨਲ ਪ੍ਰੋਡਕਟ ਦੇ ਵਿੱਚ ਸਬਸਟੀਟਿਊਐਂਟ ਕਿੱਥੇ ਲੱਗ ਗਿਆ? ਲੈਫਟ ਹੈਂਡ ਸਾਈਡ, ਰਾਈਟ। ਸੋ ਇੱਥੇ ਕੀ ਹੋ ਗਿਆ? ਉਲਟੀ ਹੋ ਗਈ ਛਤਰੀ। ਸੋ ਇਹਨੂੰ ਅਸੀਂ ਬੋਲਦੇ ਹਾਂ ਇਨਵਰਜਨ। ਕੀ ਬੋਲਦੇ ਹਾਂ ਅਸੀਂ ਇਹਨੂੰ? ਇਨਵਰਜਨ ਆਫ ਕਨਫੀਗਰੇਸ਼ਨ ਵੀ ਤੁਸੀਂ ਬੋਲ ਸਕਦੇ ਹੋ, ਰਾਈਟ। ਸੋ ਇਹ ਚੀਜ਼ ਸੀਗੀ ਜਿਹੜੀ ਮੈਂ ਤੁਹਾਨੂੰ ਹੁਣ ਐਕਸਪਲੇਨ ਕੀਤੀ ਹੈ। SN2 ਜਿਹੜਾ ਹੈਗਾ ਇਟ ਪ੍ਰੋਸੀਡਸ ਵਿਦ ਇਨਵਰਜਨ ਆਫ ਕਨਫੀਗਰੇਸ਼ਨ। ਸੋ ਜੇ ਮੋਲੀਕਿਊਲ ਦੀ ਜਿਓਮੈਟਰੀ ਇਸ ਤਰ੍ਹਾਂ ਸੀਗੀ ਤਾਂ ਬਾਅਦ 'ਚ ਇਸ ਤਰ੍ਹਾਂ ਹੋ ਜੂਗੀ।
ਇਨਵਰਟ ਹੋ ਗਿਆ, ਇਸ ਨੂੰ ਇਨਵਰਜਨ ਨੂੰ ਬੋਲਦੇ ਅਸੀਂ ਵਾਲਡਨ ਇਨਵਰਜਨ। ਅੱਗੇ ਮੈਂ ਤੁਹਾਨੂੰ ਲਿਖ ਕੇ ਦਿਖਾਉਂਗੀ ਸਲਾਈਡ ਤੇ, WALDEN, ਇਹਨੂੰ ਬੋਲਿਆ ਜਾਂਦਾ ਵਾਲਡਨ ਇਨਵਰਜਨ, ਰਾਈਟ। ਓਕੇ, ਦ ਰੇਟ ਲਾਅ ਆਫ SN2 ਇਜ਼ ਸੈਕਿੰਡ ਆਰਡਰ। ਓਵਰਆਲ ਜਿਹੜਾ ਹੈ ਆਰਡਰ ਉਹਦਾ ਕੀ ਹੁੰਦਾ, 2 ਹੁੰਦਾ। ਉਹ 2 ਕਿਉਂ ਹੁੰਦਾ ਹੈ, ਮੈਂ ਤੁਹਾਨੂੰ ਲਿਖ ਕੇ ਦਿਖਾਉਣੀ ਇੱਥੇ। ਇਹਦੇ ਵਿੱਚ ਕੀ ਹੈ, ਦੋਨੋਂ ਸਪੀਸ਼ੀਜ਼ ਇਨਵੋਲਵ ਹੋ ਰਹੀਆਂ ਨੇ। ਸੋ ਅਸੀਂ ਰੇਟ ਕਿੱਦਾਂ ਲਿਖਦੇ ਹਾਂ, R = K, ਕੌਨਸੈਂਟਰੇਸ਼ਨ ਆਫ ਸਾਡਾ ਕੀ ਹੈ ਇੱਥੇ ਅਲਕਾਈਲ ਹੈਲਾਈਡ RX, ਨਾਲ ਕੀ ਆ ਗਿਆ ਸੀ OH-। ਦੋਨੋਂ ਚੀਜ਼ਾਂ ਦੀ ਕੰਸੈਂਟਰੇਸ਼ਨ ਹੈ। ਰੇਟ ਡਿਟਰਮਿਨਿੰਗ ਸਟੈਪ ਦੇ ਵਿੱਚ ਦੋਨੋਂ ਚੀਜ਼ਾਂ ਇਨਵੋਲਵ ਹੋ ਰਹੀਆਂ ਨੇ। ਸੋ ਦੋਨਾਂ ਦੀ ਜੇ ਪਾਵਰ 1 ਵੀ ਹੈ ਤਾਂ ਵੀ ਹੋ ਜਾਏਗਾ N = ਕੀ ਆ ਜਾਏਗਾ, ਆਰਡਰ ਜਿਹੜਾ ਹੈ ਪਾਵਰ ਆਫ ਦੋਨੋਂ ਰਿਐਕਟੈਂਟਸ ਦੀ, ਸੋ ਇਹ ਕੀ ਆ ਜਾਏਗਾ 2। ਸੋ ਇਹਦਾ ਜਿਹੜਾ ਓਵਰਆਲ ਆਰਡਰ ਹੈ ਕੀ ਹੁੰਦਾ, 2, ਸੈਕਿੰਡ ਆਰਡਰ ਰਿਐਕਸ਼ਨ ਇਹ ਹੁੰਦਾ। ਸੋ ਲੈਟਸ ਕਲੀਅਰ ਇਟ ਆਊਟ। ਓਕੇ ਬੇਟਾ, ਸੋ ਇਹ ਜਿਹੜਾ ਰਿਐਕਸ਼ਨ ਹੈ SN2, ਇਹਦਾ ਆਰਡਰ ਕੀ ਹੋਏਗਾ, ਸੈਕਿੰਡ ਆਰਡਰ ਹੋਏਗਾ, ਸੈਕਿੰਡ ਆਰਡਰ ਰਿਐਕਸ਼ਨ ਹੁੰਦਾ ਹੈ। ਓਕੇ, ਦ ਰੇਟ ਆਫ ਰਿਐਕਸ਼ਨ ਰੇਟ ਆਫ SN2 ਰਿਐਕਸ਼ਨ ਇਜ਼ ਫਾਸਟੈਸਟ ਫॉर ਅਲਕਾਈਲ ਹੈਲਾਈਡਸ, ਜਿਹੜੇ ਸਮਾਲ ਅਲਕਾਈਲ ਹੈਲਾਈਡ, ਸਿੰਪਲ। ਮਿਥਾਈਲ ਵਾਸਤੇ ਸਭ ਤੋਂ ਫਾਸਟ ਰਿਐਕਸ਼ਨ ਹੈ, ਫਿਰ ਪ੍ਰਾਇਮਰੀ, ਫਿਰ ਸੈਕੰਡਰੀ, ਫਿਰ ਟਰਸ਼ਰੀ। SN2 ਰਿਐਕਸ਼ਨ ਜਿਹੜਾ ਹੈਗਾ ਉਹ ਸਭ ਤੋਂ ਫਾਸਟ ਕਿਹਦੇ ਲਈ ਹੈ, ਜਿੱਥੇ ਸਟੇਰਿਕ ਹਿੰਡਰੈਂਸ ਸਭ ਤੋਂ ਘੱਟ ਹੈ, ਯਾਨੀ ਕਿ ਮਿਥਾਈਲ ਹੈਲਾਈਡਸ। ਇਸ ਤਰ੍ਹਾਂ ਹੁਣ ਇੱਥੇ ਕੀ ਨੇ, ਸਿਰਫ ਹਾਈਡਰੋਜਨ ਲੱਗੇ ਹੋਏ ਨੇ, ਸਿੰਪਲ ਸਮਾਲ ਹਾਈਡਰੋਜਨ ਐਟਮਸ। ਤਾਂ ਇੱਥੇ ਕਾਰਬਨ ਨੂੰ ਅਪਰੋਚ ਕਰਨਾ ਈਜ਼ੀ ਹੈ ਨਿਊਕਲੀਓਫਾਈਲ ਲਈ। ਜਿੱਦਾਂ ਜਿੱਦਾਂ ਅਲਕਾਈਲ ਹੈਲਾਈਡ ਸੈਕੰਡਰੀ ਹੋ ਜਾਏਗਾ ਤਾਂ ਫਿਰ ਕੀ ਹੋ ਜਾਏਗਾ, ਇੱਥੇ ਵੀ ਬੜਾ ਅਲਕਾਈਲ ਗਰੁੱਪ ਲੱਗਿਆ। ਜੇ ਟਰਸ਼ਰੀ ਹੋ ਗਿਆ ਤਾਂ ਇੱਥੇ ਵੀ ਬੜਾ ਅਲਕਾਈਲ ਗਰੁੱਪ ਲੱਗਿਆ, ਹੈ ਨਾ। ਸੋ ਉਹਦੇ ਨਾਲ ਕੀ ਹੁੰਦਾ, ਸਟੀਰਿਕ ਹਿੰਡਰੈਂਸ ਵੱਧ ਜਾਂਦੀ ਹੈ ਅਤੇ ਨਿਊਕਲੀਓਫਾਈਲ ਦਾ ਕਾਰਬਨ 'ਤੇ ਅਟੈਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਕਰਕੇ ਜਿਹੜਾ ਰਿਐਕਟੀਵਿਟੀ ਦਾ ਆਰਡਰ ਹੈ ਉਹ ਕਿਹੜਾ, ਮਿਥਾਈਲ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਰਿਐਕਟਿਵ ਨੇ, ਫਿਰ ਪ੍ਰਾਇਮਰੀ, ਫਿਰ ਸੈਕੰਡਰੀ, ਫਿਰ ਟਰਸ਼ਰੀ। ਸੋ ਦਿਸ ਇਜ਼ ਦਾ ਆਰਡਰ, ਰਾਈਟ। ਸੋ ਅਸੀਂ ਇਹਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, CH3X, ਮਿਥਾਈਲ ਹੈਲਾਈਡਸ ਮੋਸਟ ਰਿਐਕਟਿਵ, ਦੈਨ ਪ੍ਰਾਇਮਰੀ, ਦੈਨ ਸੈਕੰਡਰੀ ਐਂਡ ਦੈਨ ਟਰਸ਼ਰੀ। ਇਸ ਤਰ੍ਹਾਂ ਬੇਟਾ ਅਸੀਂ ਇਹਦੇ ਰਿਐਕਟੀਵਿਟੀ ਦੇ ਆਰਡਰ ਨੂੰ ਲਿਖ ਕੇ ਦਿਖਾਉਣਾ ਹੈ, ਰਾਈਟ। ਔਰ ਲਾਸਟ ਸਟੈਪ ਦੇ ਵਿੱਚ ਕੀ ਲਿਖ ਰਿਹਾ, SN2 ਮੈਕੈਨਿਜ਼ਮ ਪ੍ਰੋਸੀਡਸ ਥਰੂ ਅ ਕੰਸਰਟਡ ਬੈਕ ਸਾਈਡ ਅਟੈਕ ਆਫ ਦ ਨਿਊਕਲੀਓਫਾਈਲ ਅਪੋਨ ਅਲਕਾਈਲ ਹੈਲਾਈਡ, ਜਿਹੜਾ ਕਿ ਆਪਾਂ ਹੁਣੇ ਡਿਸਕਸ ਕਰਕੇ ਹਟੇ ਹਾਂ ਵੀ ਕੰਸਰਟਡ ਹੁੰਦਾ, ਬੈਕ ਸਾਈਡ ਤੋਂ ਅਟੈਕ ਹੋ ਜਾਂਦਾ ਹੈ ਅਤੇ ਫਰੰਟ ਸਾਈਡ ਤੋਂ ਜਿਹੜਾ ਹੈ ਸਾਡਾ ਹੈਲੋਜਨ ਉਹ ਚਲਾ ਜਾਂਦਾ ਹੈ ਆਪਣਾ ਇਲੈਕਟ੍ਰੋਨ ਪੇਅਰ ਲੈ ਕੇ। ਸੋ ਕੰਸਰਟਡ ਰਿਐਕਸ਼ਨ ਹੁੰਦਾ ਹੈ। ਸੋ ਇਸ ਸਲਾਈਡ ਦੇ ਵਿੱਚ ਤੁਸੀਂ ਹੁਣ ਹੋਰ ਕਲੀਅਰ ਦੇਖ ਸਕੋਗੇ ਸਟੀਰੀਓਕੈਮਿਸਟਰੀ SN2 ਰਿਐਕਸ਼ਨ ਦੀ। ਸੋ ਰਿਐਕਸ਼ਨ ਬੇਸਿਕਲੀ ਕੀ ਹੈ, ਅਲਕਾਈਲ ਹੈਲਾਈਡ ਦਾ OH- ਹਾਈਡਰੋਕਸਿਲ ਆਇਨਸ ਦੇ ਨਾਲ। ਸੋ OH- ਜਿਹੜੇ ਨੇ ਉਹ ਇਸ ਕਾਰਬਨ 'ਤੇ ਅਟੈਕ ਕਰਨਗੇ ਅਤੇ ਹੈਲੋਜਨ ਬੀਇੰਗ ਗੁੱਡ ਲਿਵਿੰਗ ਗਰੁੱਪ ਉਹ ਆਪਣਾ ਇਲੈਕਟ੍ਰੋਨ ਪੇਅਰ ਲੈ ਕੇ ਚਲਾ ਜਾਊਗਾ। ਸੋ ਆਹ ਦੇਖੋ ਹੈਲੋਜਨ ਜਿਹੜਾ ਹੈ ਇਲੈਕਟ੍ਰੋਨ ਪੇਅਰ ਲੈ ਕੇ ਚਲਾ ਗਿਆ Br- ਅਤੇ OH ਜਿਹੜਾ ਹੈ ਕਾਰਬਨ 'ਤੇ ਜੁੜ ਗਿਆ ਤਾਂ ਕੀ ਬਣ ਗਿਆ, CH3OH, ਅਲਕੋਹਲ ਸਾਨੂੰ ਮਿਲ ਗਿਆ। ਸੋ ਇਹਦਾ ਮੈਕੈਨਿਜ਼ਮ ਕਿੱਦਾਂ ਹੋਇਆ, ਕਿਵੇਂ ਹੋਇਆ, ਇਹ ਇੱਕੋ ਸਟੈਪ ਦੇ ਵਿੱਚ ਹੋਇਆ। ਸੋ ਜਿੱਦਾਂ ਮੈਂ ਪਹਿਲਾਂ ਦੱਸਿਆ ਸਾਨੂੰ OH, ਦੇਖੋ ਹੁਣ ਇੱਥੇ ਬ੍ਰੋਮੀਨ ਲੱਗਿਆ ਹੈ ਰਾਈਟ ਹੈਂਡ ਸਾਈਡ 'ਤੇ, ਅਤੇ ਬੈਕ ਸਾਈਡ ਤੋਂ OH- ਜਿਹੜਾ ਹੈ ਇਸ ਕਾਰਬਨ 'ਤੇ ਅਟੈਕ ਕਰਦਾ ਅਤੇ ਹੈਲੋਜਨ ਆਪਣਾ ਇਲੈਕਟ੍ਰੋਨ ਆਪਣੇ ਕੋਲ ਲੈ ਲੈਂਦਾ, ਕਿਉਂਕਿ ਕਾਰਬਨ 5 ਬੌਂਡ ਤਾਂ ਬਣਾ ਨਹੀਂ ਸਕਦਾ। ਸੋ ਇਸ ਸਟੈਪ ਸਾਈਮਲਟੇਨੀਅਸਲੀ ਤੁਸੀਂ ਦੇਖ ਰਹੇ ਹੋ OH ਜੁੜ ਰਿਹਾ ਅਤੇ ਨਾਲ Br ਨਿਕਲ ਰਿਹਾ। ਸੋ ਦੋਨੋਂ ਬੌਂਡ ਡੈਸ਼ ਕਰਕੇ ਬਣਾਏ ਸੀ, ਪੱਕੇ ਬੌਂਡ ਨਹੀਂ ਦਿਖਾਏ ਹਾਲੇ, ਕਿਉਂਕਿ OH ਦਾ ਬੌਂਡ ਪੂਰੀ ਤਰ੍ਹਾਂ ਬਣਿਆ ਨਹੀਂ ਹੈ ਅਤੇ Br ਦਾ ਪੂਰੀ ਤਰ੍ਹਾਂ ਟੁੱਟਿਆ ਨਹੀਂ ਹੈ। ਅਤੇ ਫਾਈਨਲ ਸਟੈਪ 'ਚ ਤੁਸੀਂ ਦੇਖ ਰਹੇ ਹੋ OH ਜੁੜ ਗਿਆ ਪੂਰੀ ਤਰ੍ਹਾਂ ਅਤੇ Br ਨਿਕਲ ਗਿਆ। ਸੋ ਅੰਬਰੇਲਾ ਜਿਹੜਾ ਹੈ ਉਹ ਫਲਿਪ ਹੋ ਗਿਆ ਇਨਸਾਈਡ ਆਊਟ, ਛਤਰੀ ਜਿਹੜੀ ਹੈ ਉਲਟੀ ਹੋ ਗਈ। ਪਹਿਲਾਂ ਸਾਡੇ ਕੋਲ ਇਸ ਸਾਈਡ ਸੀਗਾ ਜਿਹੜਾ ਵੀ ਕਾਰਬਨ ਦੇ ਉੱਤੇ ਜਿਵੇਂ ਹੈਲੋਜਨ ਲੱਗਿਆ, ਹੁਣ ਬਾਅਦ 'ਚ ਕੀ ਹੋ ਗਿਆ, ਇਸ ਸਾਈਡ 'ਤੇ ਅਟੈਕ ਹੋ ਗਿਆ, ਠੀਕ ਹੈ। ਸੋ ਇੱਥੇ ਕੀ ਹੋ ਗਈ, ਇਨਵਰਜਨ ਹੋ ਗਈ। ਸੋ ਨੈਕਸਟ ਸਲਾਈਡ ਦੇਖਦੇ ਹਾਂ ਕੀ ਹੈ ਇਹਦੇ ਵਿੱਚ। ਇਹ ਅਸੀਂ ਡਿਸਕਸ ਕਰ ਲਿਆ ਅਤੇ ਇਹ ਅਸੀਂ ਡਿਸਕਸ ਕਰ ਲਿਆ। ਨੈਕਸਟ ਜਿਹੜਾ ਹੈਗਾ ਸਟੇਬਿਲਿਟੀ ਆਫ ਕਾਰਬੋਕੇਟਾਇਨ। ਹਾਂਜੀ ਬੇਟਾ, ਇਹ ਜਿਹੜਾ ਹੈ ਸਮਝਣਾ ਜ਼ਰੂਰੀ ਹੈ ਵੀ ਕਾਰਬੋਕੇਟਾਇਨ ਦੀ ਸਟੇਬਿਲਿਟੀ ਕਿਸ ਚੀਜ਼ 'ਤੇ ਡਿਪੈਂਡ ਕਰਦੀ ਹੈ। ਸੋ ਲੈਟ ਮੀ ਚੂਜ਼ ਅ ਮਾਰਕਰ। ਹਾਂਜੀ, ਸਟੇਬਿਲਿਟੀ ਆਫ ਕਾਰਬੋਕੇਟਾਇਨ। ਕਾਰਬੋਕੇਟਾਇਨ ਕਿਹੜੇ ਵਾਲੇ ਰਿਐਕਸ਼ਨ 'ਚ ਬਣਿਆ ਸੀ, SN2 'ਚ ਬਣਿਆ ਸੀ ਕਿ SN1 ਦੇ ਵਿੱਚ ਬਣਿਆ ਸੀ, SN1 ਦੇ ਵਿੱਚ ਬਣਿਆ ਸੀਗਾ। ਸੋ SN1 ਰਿਐਕਸ਼ਨ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਕਾਰਬੋਕੇਟਾਇਨ ਦੀ ਫਾਰਮੇਸ਼ਨ ਹੁੰਦੀ ਹੈ। ਸੋ SN1 ਦਾ ਜਿਹੜਾ ਆਰਡਰ ਹੈ ਆਪਾਂ ਹੁਣੇ ਦੇਖ ਕੇ ਹਟੇ ਹਾਂ
टर्शरी ਜਿਹੜੇ ਨੇ ਦੇ ਆਰ ਮੋਰ ਰਿਐਕਟਿਵ ਦੈਨ ਸੈਕੰਡਰੀ। ਸੋ ਮੋਸਟ ਰਿਐਕਟਿਵ ਜਿਹੜੇ ਨੇ ਟਰਸ਼ਰੀ, ਫਿਰ ਸੈਕੰਡਰੀ, ਫਿਰ ਪ੍ਰਾਇਮਰੀ, ਫਿਰ ਮਿਥਾਈਲ। ਕਿਉਂ ਹੁੰਦਾ ਹੈ? ਕਿਉਂਕਿ ਇਹਦੇ ਵਿੱਚ ਬਣਦਾ ਹੈ ਕਾਰਬੋਕੇਟਾਇਨ, ਰਾਈਟ। SN1 ਦੇ ਵਿੱਚ ਕੀ ਬਣਦਾ ਹੈ? ਕਾਰਬੋਕੇਟਾਇਨ। ਔਰ ਟਰਸ਼ਰੀ ਕਾਰਬੋਕੇਟਾਇਨ ਸਾਨੂੰ ਪਤਾ ਸਭ ਤੋਂ ਜ਼ਿਆਦਾ ਸਟੇਬਲ ਹੁੰਦੇ ਨੇ, ਕਿਉਂਕਿ ਉਹਦੇ ਵਿੱਚ ਤਿੰਨ ਇਲੈਕਟ੍ਰੋਨ ਰਿਲੀਜ਼ਿੰਗ ਐਲਕਾਈਲ ਗਰੁੱਪਸ ਲੱਗੇ ਹੁੰਦੇ ਨੇ, 1 2 3। ਇਸ ਕਰਕੇ ਟਰਸ਼ਰੀ ਕਾਰਬੋਕੇਟਾਇਨਸ ਆਰ ਮੋਸਟ ਸਟੇਬਲ। ਉਸ ਤੋਂ ਬਾਅਦ ਹੁੰਦੇ ਨੇ ਸੈਕੰਡਰੀ। ਇਹਦੇ ਵਿੱਚ ਕੀ ਨੇ? 2 ਐਲਕਾਈਲ ਗਰੁੱਪਸ ਲੱਗੇ ਨੇ ਵਿਚ ਆਰ ਇਲੈਕਟ੍ਰੋਨ ਰਿਲੀਜ਼ਿੰਗ। ਸੋ ਇਲੈਕਟ੍ਰੋਨ ਰਿਲੀਜ਼ਿੰਗ ਇਫੈਕਟ ਕਰਕੇ ਸੋ ਸਭ ਤੋਂ ਜ਼ਿਆਦਾ ਇਲੈਕਟ੍ਰੋਨ ਰਿਲੀਜ਼ਿੰਗ ਇਫੈਕਟ ਕਿਹਦੇ ਵਿੱਚ ਹੈ? ਟਰਸ਼ਰੀ ਦੇ ਵਿੱਚ। ਸੋ ਟਰਸ਼ਰੀ ਕਾਰਬੋਕੇਟਾਇਨਸ ਆਰ ਮੋਸਟ ਸਟੇਬਲ, ਦੈਨ ਸੈਕੰਡਰੀ, ਦੈਨ ਪ੍ਰਾਇਮਰੀ, ਦੈਨ ਮਿਥਾਈਲ ਕਾਰਬੋਨੀਅਮ ਆਇਨਸ। So this is the order of stability of carbocation. So carbocation ਦੀ stability ਦੇ ਬਾਰੇ 'ਚ ਹੀ ਹੈ ਅੱਗੇ। ਸੋ 3 ਤਰ੍ਹਾਂ ਦੇ ਕਾਰਬੋਕੇਟਾਇਨ ਹੋ ਗਏ, ਪ੍ਰਾਇਮਰੀ, ਸੈਕੰਡਰੀ ਤੇ ਟਰਸ਼ਰੀ। ਮਾਰਕ ਕਰ ਲੈਣੇ। ਸੋ ਟਰਸ਼ਰੀ ਕਾਰਬੋਕੇਟਾਇਨ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਜ਼ ਮੋਰ ਸਟੇਬਲ ਦੈਨ ਸੈਕੰਡਰੀ, ਦੈਨ ਵਿਚ ਇਜ਼ ਮੋਰ ਸਟੇਬਲ ਦੈਨ ਪ੍ਰਾਇਮਰੀ। ਸੋ ਸਟੇਬਿਲਿਟੀ ਕਿਹਦੇ ਉੱਤੇ ਡਿਪੈਂਡ ਕਰਦੀ ਹੈ? ਇੰਡਕਟਿਵ ਇਫੈਕਟ 'ਤੇ। ਸੋ ਇਹ ਉਹੀ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਹੁਣੇ ਪਿਛਲੀ ਸਾਈਡ ਦੇ ਵਿੱਚ ਦੱਸ ਕੇ ਹਟੀ ਹਾਂ। ਓਕੇ, ਸੋ ਰਿਐਕਟਿਵਿਟੀ ਆਰਡਰ SN1 SN2 ਦਾ ਦੋਨਾਂ ਦਾ ਕੰਪੇਅਰ ਕੀਤਾ ਹੈ। ਸੋ SN1 ਦਾ ਜਿੱਦਾਂ ਤੁਸੀਂ ਹੁਣੇ ਹਟ ਕੇ ਦੇਖ ਕੇ ਹਟਿਓ, ਟਰਸ਼ਰੀ ਜਿਹੜੇ ਨੇ SN1 ਦੇ ਵਿੱਚ, ਠੀਕ ਹੈ। SN1 ਦੇ ਵਿੱਚ ਕੀ ਹੁੰਦਾ? ਕਾਰਬੋਕੇਟਾਇਨ। ਸੋ ਟਰਸ਼ਰੀ ਜਿਹੜੇ ਨੇ ਮੋਸਟ ਰਿਐਕਟਿਵ ਨੇ, ਫਿਰ ਸੈਕੰਡਰੀ, ਫਿਰ ਪ੍ਰਾਇਮਰੀ, ਫਿਰ ਮਿਥਾਈਲ। ਸੋ ਆਹ SN1 ਦਾ ਰਿਐਕਟਰ ਹੋ ਗਿਆ। ਸੋ ਇੱਧਰ ਨੂੰ ਵੱਧ ਰਿਹਾ ਰੇਟ, ਟਰਸ਼ਰੀ ਮੋਸਟ ਰਿਐਕਟਿਵ ਨੇ, ਠੀਕ। ਅਤੇ ਜੇ SN2 ਦੇਖੀਏ ਤਾਂ ਉਹਦੇ ਵਿੱਚ ਕੀ ਹੈ? ਸਾਈਮਲਟੇਨੀਅਸ ਅਟੈਕ ਹੁੰਦਾ ਹੈ, ਸੋ ਸਟੀਰਿਕ ਹਿੰਡਰੈਂਸ ਆ ਜਾਂਦੀ ਹੈ। ਇਸ ਕਰਕੇ ਇਹਦੇ ਵਿੱਚ ਟਰਸ਼ਰੀ ਜਿਹੜੇ ਨੇ ਸਭ ਤੋਂ ਘੱਟ ਰਿਐਕਟਿਵ ਨੇ, ਫਿਰ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ ਸੈਕੰਡਰੀ, ਫਿਰ ਪ੍ਰਾਇਮਰੀ, ਔਰ ਸਭ ਤੋਂ ਜ਼ਿਆਦਾ ਕਿਹੜਾ ਹੋ ਗਿਆ? ਮਿਥਾਈਲ। ਇਹ ਇੱਧਰ ਨੂੰ ਵੱਧ ਰਹੀ ਹੈ ਰਿਐਕਟਿਵਿਟੀ। ਮਿਥਾਈਲ ਵਾਲੇ ਮੋਸਟ ਰਿਐਕਟਿਵ ਨੇ SN2 ਦੇ ਵਿੱਚ, ਫਿਰ ਪ੍ਰਾਇਮਰੀ, ਫਿਰ ਸੈਕੰਡਰੀ, ਫਿਰ ਟਰਸ਼ਰੀ। ਸੋ ਬੇਟਾ ਦਿਸ ਇਜ਼ ਦਾ ਆਰਡਰ ਆਫ ਰਿਐਕਟਿਵਿਟੀ for SN1 and SN2. Moving on to the next slide. ਇਹ ਬੇਟਾ ਡਿਫਰੈਂਸ ਦੱਸਿਆ ਤੁਹਾਨੂੰ SN1 and SN2 ਦਾ। ਇਹਨੂੰ ਜ਼ੂਮ ਕਰ ਲੈਂਦੇ ਹਾਂ। ਸੋ SN1 ਮੈਂ ਰੀਡ ਕਰ ਦਿੰਦੀ ਹਾਂ ਫਟਾਫਟ। ਇਟ ਇਜ਼ ਯੂਨੀਮੋਲੀਕੂਲਰ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ। ਔਰ ਇਹਦਾ ਆਰਡਰ ਕੀ ਹੈ? ਫਸਟ ਇਟ ਟੇਕਸ ਪਲੇਸ ਇਨ 2 steps. ਇਟ ਲੀਡਸ ਟੂ ਰੈਸੀਮਾਈਜੇਸ਼ਨ, ਕਿਉਂਕਿ ਕਾਰਬੋਕੇਟਾਇਨ ਬਣਦਾ ਹੈ। ਸੋ ਦੋਨੋਂ ਤਰ੍ਹਾਂ ਦਾ ਅਟੈਕ ਹੋ ਸਕਦਾ। ਸੋ ਰੈਸੀਮਿਕ ਮਿਕਸਚਰ ਬਣ ਜਾਂਦਾ ਹੈ। ਇਟ ਮੋਸਟਲੀ ਟੇਕਸ ਪਲੇਸ ਇਨ ਟਰਸ਼ਰੀ ਐਲਕਾਈਲ ਹੈਲਾਈਡਸ, ਕਿਉਂਕਿ ਟਰਸ਼ਰੀ ਕਾਰਬੋਕੇਟਾਇਨ ਇਜ਼ ਮੋਸਟ ਸਟੇਬਲ, ਠੀਕ ਹੈ। ਸੋ ਇਹਦਾ ਜਿਹੜਾ ਰੇਟ ਆਫ ਰਿਐਕਸ਼ਨ ਹੈ, ਇਟ ਡਿਪੈਂਡਸ ਔਨ ਦਾ ਕੰਸਨਟ੍ਰੇਸ਼ਨ ਆਫ ਓਨਲੀ 1 ਰਿਐਕਟੈਂਟ। ਸੋ ਇਹ ਕੀ ਹੈ? ਫਸਟ ਆਰਡਰ 1 ਰਿਐਕਟੈਂਟ। ਕਿਉਂ ਹੈ? ਕਿਉਂਕਿ ਸਟੈਪ 1 ਦੇ ਵਿੱਚ ਤੁਸੀਂ ਦੇਖਦੇ ਹੋ ਇਕੱਲਾ ਟਰਸ਼ਰੀ ਜਿਹੜਾ ਹੈਗਾ ਐਲਕਾਈਲ ਹੈਲਾਈਡ ਇਹੀ ਇਨਵੋਲਵ ਹੁੰਦਾ ਅਤੇ ਕਾਰਬੋਕੇਟਾਇਨ ਬਣਦਾ ਹੈ, ਇਸ ਕਰਕੇ। ਅਤੇ ਇੱਧਰ ਦੂਜੇ ਪਾਸੇ ਲੈ ਲਓ SN2। ਸੋ ਇਹਨੂੰ ਮਾਰਕਰ ਲੈ ਕੇ ਥੋੜ੍ਹਾ ਜਿਹਾ ਬੈਟਰ ਕਲੀਅਰ ਹੋ ਜਾਂਦਾ ਹੈ। ਓਕੇ, ਸੋ SN2 ਦੀ ਗੱਲ ਕਰਦੇ ਹਾਂ, ਸੌਰੀ। ਸੋ ਇਹ ਕੀ ਹੈ? ਨਿਊਕਲੀਓਫਿਲਿਕ ਸਬਸਟੀਟਿਊਸ਼ਨ, ਲੇਕਿਨ ਬਾਇਓਮੋਲੀਕੂਲਰ। ਸੋ ਇਹਦਾ ਆਰਡਰ ਕੀ ਹੈ? ਸੈਕਿੰਡ ਆਰਡਰ ਹੈ। ਐਂਡ ਇਟ ਟੇਕਸ ਪਲੇਸ ਇਨ 1 step। ਸਟੈਪਸ ਨਹੀਂ ਆਊਗਾ, 1 step। ਸੋ ਇਟ ਲੀਡਸ ਟੂ ਦਾ ਇਨਵਰਜਨ ਆਫ ਕਨਫੀਗਰੇਸ਼ਨ। ਛਤਰੀ ਜਿਹੜੀ ਹੈ ਉਲਟੀ ਹੋ ਜਾਂਦੀ ਹੈ, ਫਲਿਪ ਹੋ ਜਾਂਦਾ ਹੈ। ਔਰ ਇਹ ਸਭ ਤੋਂ ਜ਼ਿਆਦਾ ਕਿਹਦੇ ਵਿੱਚ ਹੁੰਦਾ? ਪ੍ਰਾਇਮਰੀ ਐਲਕਾਈਲ ਹੈਲਾਈਡਸ ਦੇ ਵਿੱਚ। ਇੱਕ ਸੈਕਿੰਡ ਜ਼ੂਮ ਕਰ ਦਿੰਦੇ ਹਾਂ। ਹਾਂਜੀ, ਸੋ ਸਭ ਤੋਂ ਜ਼ਿਆਦਾ ਇਹ ਕਿਹਦੇ ਵਿੱਚ ਫਾਸਟ ਹੁੰਦਾ ਹੈ? ਪ੍ਰਾਇਮਰੀ ਐਲਕਾਈਲ ਹੈਲਾਈਡਸ ਦੇ ਵਿੱਚ। ਔਰ ਜਿਹੜਾ ਰੇਟ ਹੈ, ਰੇਟ ਆਫ ਰਿਐਕਸ਼ਨ ਡਿਪੈਂਡਸ ਔਨ ਦਾ ਕੰਸਨਟ੍ਰੇਸ਼ਨ ਆਫ ਬੋਥ ਦ ਸਬਸਟ੍ਰੇਟ ਐਜ਼ ਵੈਲ ਐਜ਼ ਦਾ ਨਿਊਕਲੀਓਫਾਈਲ। ਸੋ ਇਸ ਕਰਕੇ ਇਹਦਾ ਆਰਡਰ ਕੀ ਹੋ ਗਿਆ? ਸੈਕਿੰਡ ਆਰਡਰ। ਸੋ ਸਾਈਮਲਟੇਨੀਅਸਲੀ OH ਦੀ ਕੰਸਨਟ੍ਰੇਸ਼ਨ ਵੀ ਆਊਗੀ, ਐਲਕਾਈਲ ਹੈਲਾਈਡ ਦੀ ਵੀ ਕੰਸਨਟ੍ਰੇਸ਼ਨ ਆਊਗੀ। ਸੋ ਇਹ ਸੀਗਾ ਬੇਟਾ ਕੰਪੈਰੀਜ਼ਨ SN1 ਐਂਡ SN2 ਦਾ। ਸੋ ਇਹਦੇ ਵਿੱਚ ਕੁਐਸਚਨਸ ਕਿਸ ਤਰ੍ਹਾਂ ਦੇ ਆ ਸਕਦੇ ਨੇ? ਕੁਐਸਚਨਸ ਦਾ ਮੈਂ ਥੋੜ੍ਹਾ ਜਿਹਾ ਤੁਹਾਨੂੰ ਆਈਡੀਆ ਦੇਣਾ ਚਾਹੁੰਦੀ ਹਾਂ। ਜਿੱਦਾਂ ਆਰਡਰ ਆਫ ਰਿਐਕਟਿਵਿਟੀ ਆਫ 4 ਆਈਸੋਮਰਸ ਆਫ ਬ੍ਰੋਮੋਬਿਊਟੇਨ ਇਨ SN1। ਤੁਹਾਨੂੰ ਬ੍ਰੋਮੋਬਿਊਟੇਨ ਦੇ ਸਾਰੇ ਆਈਸੋਮਰਸ ਤੁਸੀਂ ਬਣਾ ਕੇ ਦੇਖਣੇ ਨੇ ਅਤੇ ਉਹਦਾ ਆਰਡਰ ਆਫ ਰਿਐਕਟਿਵਿਟੀ ਤੁਸੀਂ ਲਿਖਣਾ ਹੈ, ਤੁਹਾਨੂੰ ਆਉਣਾ ਚਾਹੀਦਾ ਹੈ। ਸੋ ਆਪਾਂ SN1 ਦਾ ਕੀ ਆਰਡਰ ਦੇਖਿਆ? ਸਭ ਤੋਂ ਜ਼ਿਆਦਾ ਰਿਐਕਟਿਵ ਕੌਣ ਹੋਣਗੇ? ਇੱਥੇ ਕਾਰਬੋਕੇਟਾਇਨ ਫਾਰਮੇਸ਼ਨ ਹੁੰਦੀ ਹੈ। ਸੋ ਕਾਰਬੋਕੇਟਾਇਨ ਕਿਹੜਾ ਸਭ ਤੋਂ ਜ਼ਿਆਦਾ ਸਟੇਬਲ ਹੈ? ਟਰਸ਼ਰੀ। Tertiary carbocation is more stable than secondary, then primary, then methyl. So this will be the order. Second question said that which of the following pairs will react faster in SN1 with OH? So ਆ ਦੇਖੋ ਦੋਨਾਂ ਦੇ ਵਿੱਚੋਂ ਮਿਥਾਈਲ ਮਾਰਕਰ ਲੈਣਾ ਪੈਣਾ ਹੈ। Just a minute. ਹਾਂਜੀ, ਸੋ ਇਹ ਜਿਹੜਾ ਕੁਐਸਚਨ ਹੈ SN1 ਦੇ ਵਿੱਚ ਕਹਿੰਦੇ ਕੌਣ ਜ਼ਿਆਦਾ ਰਿਐਕਟਿਵ ਹੋਊਗਾ? CH3Br ਹੈ, CH3I।
ਇੱਥੇ ਦੇਖੋ ਐਲਕਾइल ग्रुप ਤਾਂ सेम ही है, सो डिफरेंस किहदा आ गया, हैलोजन का। सो ब्रोमीन और आयोडीन कौन ज़्यादा अच्छा लिविंग ग्रुप है, आयोडाइड। आयोडाइड इज़ अ बैटर लिविंग ग्रुप, क्योंकि आयोडीन का साइज़ बहुत बड़ा होंदा है कार्बन के मुकाबले दे विच। सो ये जिहड़ा कार्बन और आयोडीन का बॉन्ड है वो जल्दी टुट जाता है। सो आयोडाइड इज़ अ बैटर लिविंग ग्रुप, राइट। what is reactivity order in SN1 reaction? So tertiary greater than, जिवें हुणे करके हटे आपां SN1 ਦੇ ਵਿੱਚ ऑर्डर की ਹੁੰਦਾ tertiary is more reactive, क्योंकि कार्बोकेटाइन बनता ना, so tertiary is more stable, then secondary, then primary, then methyl CH3X, right? So this is the order of reactivity. सो SN1 का ऑर्डर, SN2 का ऑर्डर, ये थोड़ा चंगी तरह क्लीयर होना चाहिए। SN1 अकर्स विद द रेसिमाइजेशन या इनवर्जन। हाँ जी, SN1 के विच की हुंदा है, रेसिमाइजेशन होंदी है कि इनवर्जन ऑफ कॉन्फिगरेशन होंदी है, क्योंकि कार्बोकेटाइन बनता है, तुहानूं मैं पहला भी दस के हटी हाँ, कार्बोकेटाइन प्लेनर होंदा है। सो जो न्यूक्लियोफाइल है या तो वो टॉप तो अटैक कर सकता है या फिर बॉटम तो अटैक कर सकता है। सो दोनों तरह के आइसोमर्स बनणगे 50-50। सो 50% मिक्सचर बनूगा, 50% बनणगे डेक्स्ट्रो रोटेटरी तो 50% बनणगे लीवो रोटेटरी। सो मिक्सचर बनता तो इट प्रोसीड्स विद रैसमाइजेशन, या फिर उन्होंने बोलते हैं रैसमिक मिक्सचर, ठीक है जी। सो इस तो अगे आप कुछ क्वेश्चनस, हाँ जी, पहले SN2 के भी क्वेश्चन देख लेने। SN2 चो भी उदां दी क्वेश्चन आउणगे, वॉट इज़ रिएक्टिविटी ऑर्डर इन SN2। SN2 दे विच की हुंदा, साइमल्टेनियसली कंसर्टेड अटैक हुंदा है। सो हाँ जी, कंसर्टेड अटैक का मतलब की हुंदा है कि इत्थे स्टेरिक इंडेक्स जिन्नी घट होगी उन्नी रिएक्टिविटी बैटर होगी। जो मैं जिवें टेट्राहेड्रल बना लिया, इस पासे साडा हैलोजन लग्या, सो जिहड़ा साडा न्यूक्लियोफाइल है वो इस पासों ही अटैक कर सकता है। सो जे इत्थे ग्रुप्स बल्कि होणगे तो न्यूक्लियोफाइल का कार्बन के उत्ते पहुँचना मुश्किल हो जाएगा, इस करके रिएक्टिविटी विल डिक्रीज। सो SN2 के सब तो ज़्यादा रिएक्टिव किहड़ा होएगा, मिथाइल, यानी कि CH3X is most reactive than primary, which is more reactive than secondary, then tertiary. So tertiary वास्ते तो SN2 होएगा ही नहीं, सब तो ज़्यादा होएगा मिथाइल हैलाइड्स लिए, फिर प्राइमरी अल्काइल हैलाइड्स लिए। सो आई होप इट इज़ क्लियर टू ऑल ऑफ यू। SN2 फॉलोज विच ऑर्डर ऑफ रिएक्शन, ऑर्डर की हुंदा जी, 2 ही हुंदा है। थर्ड क्वेश्चन, विच ऑफ द फॉलोइंग पेयर्स विल रिएक्ट फास्टर इन SN2 विद OH। सो OH ਦੇ ਨਾਲ ਜੇ SN2 ਰਿਐਕਸ਼ਨ ਹੋਵੇ ਤਾਂ ਕਿਹੜੇ ਦੇ ਵਿੱਚ ਫਾਸਟ ਰਿਐਕਸ਼ਨ ਹੋਊਗਾ, A ਜਾਂ B। ਹੁਣ ਤੁਹਾਨੂੰ ਕਲੀਅਰ ਹੋ ਹੀ ਗਿਆ ਹੋਣਾ। ਸੋ A ਦੇ ਵਿੱਚ ਦੇਖੋ ਟਰਸ਼ਰੀ ਹੈ ਤੇ ਆਹ ਵਾਲਾ ਕਿਹੜਾ ਹੈ, ਪ੍ਰਾਇਮਰੀ। ਸੋ 2 ਹੈ ਨਾ, ਸੋ ਸਟੇਰਿਕ ਹਿੰਡਰੈਂਸ ਨਾ ਹੋਵੇ, ਸੋ ਇਹਦੇ ਵਿੱਚ ਹੋਊਗਾ ਰਿਐਕਸ਼ਨ ਜ਼ਿਆਦਾ ਮਿਥਾਈਲ ਵਾਲੇ 'ਚ। मिथाइल क्लोराइड का रिएक्शन फास्ट होगा, ये SN2 होगा, ये SN2 होना ही नहीं क्योंकि टर्शरी है कार्बन। सो बहुत ज़्यादा स्टेरिक हिंडरेंस है, एडे एडे बल्कि ग्रुप्स मिथाइल ग्रुप्स लगे होने, सो न्यूक्लियोफाइल कार्बन पर पहुँच ही नहीं सकता, राइट। ओके, SN2 रिएक्शन अकर्स विद रेसिमाइजेशन या इनवर्जन ऑफ कॉन्फिगरेशन। हाँ जी, हुण तक तुहानूं क्लीयर हो गया होना। SN2 दे विच की हुंदा है, रेसिमाइजेशन होगी कि इनवर्जन होगी, इनवर्जन होंदी है। जे पहला कार्बन के न्यूक्लियोफाइल जिहड़ा जिद्दां मैं तुहानूं ड्रॉ करके दिखाउंदी हां, मान लो इस तरह है, इत्थे साडा हैलोजन लग्या होया, ठीक। तो बाद की हुंदा बैक साइड अटैक हुंदा, तो हैलोजन किधर आ गया, दूजी साइड आ गया। सो ये वाली चीज़ हुण चलेगी, सो इनवर्जन होगी, अंबरेला की जिहड़ी है इनवर्जन होगी। सो SN2 दे विच रेसिमाइजेशन नहीं हुंदी, रादर इनवर्जन ऑफ कॉन्फिगरेशन होंदी है, राइट। ओके, फिफ्थ क्वेश्चन, इन SN1 न्यूक्लियोफाइल अटैक्स फ्रॉम, कितों अटैक होंदा जी, फ्रंट तो कि बैक तो, SN1 की गल हो रही है। SN1 मीनस कार्बोकेटाइन बनता है जिहदे विच, सो कार्बोकेटाइन तो दस्सिया सी प्लेनर होंदा है, इत्थे फ्रंट तो भी अटैक हो सकता है तो बैक तो भी हो सकता है।